ਧੰਨ ਵਾਹਿਗੁਰੂ ਸਾਹਿਬ ਜੀਓ। ਜਿਉ ਤੂੰ ਚਲਾਏ ਤਿਵ ਚੱਲਾਂ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲਾਂ। ਜਿਨਾ ਮਾਰਗ ਪਾਵਹਿ ਕਰ ਕਿਰਪਾ। ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹਿ। ਜਿਸਨੋ ਕਥਾ ਸੁਨਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ। ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪ ਜੀਆਂ ਦੇ ਨਾਲ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਨੂੰ ਪਿਛਲੇਰੇ ਸਮੇਂ ਤੋਂ ਸਾਂਝਾ ਕਰਦਾ ਆ ਰਿਹਾ ਹਾਂ। ਸੋ ਤਿਸ ਲੜੀ ਦੇ ਤਹਿਤ 15ਵੀਂ ਪੌੜੀ ਦਾ ਪਾਠ ਆਪਾਂ ਬੜੇ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ। ਆਓ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦ੍ਰਿੜ ਕਰਾ ਰਹੇ ਨੇ, ਇਹਨਾਂ ਵਿਚਾਰਾਂ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਪੌੜੀ ਦੇ ਵਿੱਚ ਜਿਹੜੇ ਖਿਆਲਾਤ ਸਾਡੇ ਸਾਹਮਣੇ ਰੱਖੇ ਨੇ, ਉਹਨਾਂ ਖਿਆਲਾਤਾਂ ਦਾ ਸਮੁੱਚਾ ਭਾਵ ਜੋ ਹੈ, ਤੱਤ ਹੈ, ਜੋ ਨਿਚੋੜ ਹੈ, ਉਹ ਇਹ ਕਿ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਜਿਹਨੂੰ ਆਪਾਂ ਇਸ ਢੰਗ ਦੇ ਨਾਲ ਹਰ ਰੋਜ਼ ਹੀ ਪੜ੍ਹਦੇ ਹਾਂ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸੋ ਹਰ ਇੱਕ ਜੀਵ, ਇਹ ਸਮੁੱਚੀ ਕਾਇਨਾਤ ਜਿਹੜੀ ਹੈ, ਇਹ ਉਸ ਅਕਾਲ ਪੁਰਖ ਪਰਮਾਤਮਾ ਦੇ ਆਪਣੇ ਹੁਕਮ ਦੇ ਵਿੱਚ ਹੈ, ਆਪਣੇ ਨਿਯਮਾਂ ਦੇ ਵਿੱਚ ਹੈ, ਉਸ ਪਰਿਪੂਰਨ ਵਾਹਿਗੁਰੂ ਜੀ ਦੇ ਵਸ ਦੇ ਵਿੱਚ ਹੈ। ਤੇ ਜਿਵੇਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਭਾਉਂਦਾ ਹੈ, ਉਵੇਂ
ਇਸ ਕੁਦਰਤੀ ਨਿਜ਼ਾਮ ਨੂੰ ਉਹ ਅਕਾਲ ਪੁਰਖ ਪਰਮਾਤਮਾ ਆਪ ਚਲਾ ਰਿਹਾ ਹੈ। ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਜਿਹੜੀ ਵਿਚਾਰ ਸਾਨੂੰ ਸਮਝਾਈ ਹੈ, ਸਤਿਗੁਰੂ ਜੀ ਕਹਿੰਦੇ ਨੇ ਜਿਉ ਤੂੰ ਚਲਾਏ ਹੈ ਤਿਵ ਚੱਲਣਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਅਸਲ ਦੇ ਵਿੱਚ ਜਦੋਂ ਆਪਾਂ ਇਸ ਪੌੜੀ ਤੋਂ ਪਹਿਲੀਆਂ ਪੌੜੀਆਂ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਸਟੈਪ ਦਰ ਸਟੈਪ ਇਹ ਖਿਆਲਾਤ, ਇਹ ਵਿਚਾਰ ਸਾਡੇ ਸਾਹਮਣੇ ਰੱਖੇ ਨੇ। 13ਵੀਂ ਪੌੜੀ ਦੇ ਵਿੱਚ ਆਪਾਂ ਇਹ ਗੱਲ ਸਮਝ ਕੇ ਆਏ ਸਾਂ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਸ ਤੋਂ ਬਾਅਦ 14ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਕਹੀ ਸੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਹੁਣ ਇਸ 15ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਇਸੇ ਲੜੀ ਦੇ ਤਹਿਤ ਇਹ ਵਿਚਾਰ ਜਿਹੜੇ ਨੇ ਉਹ ਸਾਡੇ ਸਾਹਮਣੇ ਰੱਖ ਰਹੇ ਨੇ। ਮੈਂ ਪਹਿਲਾਂ ਵੀ ਇਹ ਗੱਲ ਆਪ ਜੀਆਂ ਦੇ ਨਾਲ ਸਾਂਝੀ ਕੀਤੀ ਸੀ ਵੀ ਆਨੰਦ ਸਾਹਿਬ ਦੀ ਆਪਾਂ ਪਹਿਲੀ ਪੌੜੀ ਤੋਂ ਗੱਲ ਆਰੰਭ ਕਰੀਏ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਅਖੀਰਲੀ ਪੌੜੀ ਤੱਕ ਜਦੋਂ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਇਸ ਸਮੁੱਚੀ ਬਾਣੀ ਨੂੰ ਇੱਕ ਵਿਸ਼ੇ ਦੇ ਵਿੱਚ ਲੜੀਬੰਦ ਕੀਤਾ ਹੈ। ਇੱਕ ਲੜੀ ਦੇ ਵਿੱਚ ਪਰੋ ਕਰਕੇ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਸਟੈਪ ਦਰ ਸਟੈਪ ਇਹ ਵਿਚਾਰ ਜਿਹੜੇ ਨੇ, ਇਹ ਖਿਆਲਾਤ ਜਿਹੜੇ ਨੇ ਉਹ ਰੱਖੇ ਨੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਆਪਾਂ ਜਿਹੜੀ ਵਿਚਾਰ ਨੂੰ ਸਮਝ ਰਹੇ ਹਾਂ, ਹੁਣ ਜਿਨ੍ਹਾਂ ਨੂੰ ਉਹ ਅੰਮ੍ਰਿਤ ਗੁਰੂ ਦੇ ਕੋਲੋਂ ਪ੍ਰਾਪਤ ਹੋ ਜਾਂਦਾ ਹੈ, ਗੁਰੂ ਸਾਹਿਬ ਜੀ ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਭਗਤ ਜਨਾਂ ਦੀ ਜਿਹੜੀ ਜੀਵਨ ਜੁਗਤ ਹੈ ਉਹ ਬੜੀ ਨਿਰਾਲੀ ਹੋ ਜਾਂਦੀ ਹੈ, ਉਹ ਵੱਖਰੀ ਹੋ ਜਾਂਦੀ ਹੈ, ਉਹ ਦੁਨੀਆ ਦੇ ਨਾਲੋਂ ਅਲੱਗ ਹੋ ਜਾਂਦੀ ਹੈ। ਤੇ ਮੇਰੇ ਮਾਲਕ ਜੀ ਕਹਿੰਦੇ ਫਿਰ ਜਿਨ੍ਹਾਂ ਦੀ ਜੀਵਨ ਜੁਗਤ ਦੁਨੀਆ ਦੇ ਨਾਲੋਂ ਵੱਖਰੀ ਹੋ ਗਈ, ਫਿਰ ਉਹ ਇਹ ਗੱਲ ਕਹਿੰਦੇ ਨੇ, ਜਿਉ ਤੂੰ ਚਲਾਏ ਹੈ ਤਿਵ ਚੱਲਣਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਨ੍ਹਾਂ ਨੇ ਗੁਰੂ ਦੇ ਕੋਲੋਂ ਉਸ ਅੰਮ੍ਰਿਤ ਨੂੰ, ਹੁਕਮ ਰੂਪੀ ਅੰਮ੍ਰਿਤ ਨੂੰ ਗੁਰੂ ਦੇ ਕੋਲੋਂ ਸਮਝ ਲਿਆ ਹੈ। ਆਪਾਂ 13ਵੀਂ ਪੌੜੀ ਦੀ ਵਿਚਾਰ ਕਰਦੇ ਹਾਂ, ਬੜੇ ਵਿਸਥਾਰ ਦੇ ਨਾਲ ਇਸ ਗੱਲ ਨੂੰ ਸਮਝਿਆ ਸੀ ਕਿ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਹੁਕਮ ਰੂਪੀ ਅੰਮ੍ਰਿਤ ਨੂੰ ਜਾਣ ਲਿਆ ਹੈ, ਸਮਝ ਲਿਆ ਹੈ, ਫਿਰ ਉਹਨਾਂ ਦੀ ਜੀਵਨ ਜੁਗਤ ਜਿਹੜੀ ਹੈ ਉਹ ਬੜੀ ਵੱਖਰੀ ਦੀ ਹੋ ਜਾਂਦੀ ਹੈ। ਤੇ ਫਿਰ ਉਹ ਇਹ ਗੱਲ ਕਹਿੰਦੇ ਨੇ, ਜਿਉ ਤੂੰ ਚਲਾਹੇ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਫਿਰ ਉਹ ਕਹਿੰਦੇ ਨੇ, ਹੇ ਮਾਲਕ ਜੀ, ਮੈਨੂੰ ਤੇਰੇ ਹੁਕਮ ਦੇ ਵਿੱਚੋਂ ਇੰਨੀ ਕੁ ਗੱਲ ਸਮਝ ਆਈ ਹੈ ਵੀ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਣਾ ਹੈ, ਉਵੇਂ ਜੀਵ ਜਿਹੜੇ ਨੇ ਉਹ ਤੇਰੇ ਹੁਕਮ ਦੇ ਵਿੱਚ ਚੱਲਦੇ ਨੇ। ਹੋਰ ਕਿਆ ਜਾਣਾ ਗੁਣ ਤੇਰੇ। ਸਤਿਗੁਰੂ ਜੀ ਕਹਿਣ ਲੱਗੇ, ਹੋਰ ਮੈਂ ਤੇਰੇ ਗੁਣਾਂ ਦਾ ਭੇਤ ਨਹੀਂ ਪਾ ਸਕਦਾ, ਮੈਂ ਹੋਰ ਤੇਰੇ ਗੁਣਾਂ ਦੀ ਮਹਿਮਾ ਨੂੰ, ਗੁਣਾਂ ਦੇ ਅੰਤ ਨੂੰ ਨਹੀਂ ਜਾਣ ਸਕਦਾ। ਮੈਨੂੰ ਤਾਂ ਕੇਵਲ ਇੰਨੀ ਕੁ ਗੱਲ ਸਮਝ ਆਈ ਹੈ, ਤੇਰੇ ਹੁਕਮ ਰੂਪੀ ਅੰਮ੍ਰਿਤ ਦੇ ਨਾਲ ਜੁੜ ਕੇ ਕਿ ਮਾਲਕ ਜੀ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਚਲਾਉਣਾ ਹੈ, ਉਵੇਂ ਹੀ ਜੀਵ ਜਿਹੜੇ ਨੇ ਉਹ ਚੱਲਦੇ ਨੇ। ਹੋਰ ਤੇਰੇ ਗੁਣਾਂ ਦੀ ਮੈਨੂੰ ਸਮਝ ਨਹੀਂ ਆਈ, ਹੋਰ ਕਿਆ ਜਾਣਾ ਗੁਣ ਤੇਰੇ। ਤੇ ਸਾਧ ਸੰਗਤ ਜੀਓ, ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰੇ ਖਿਆਲਾਤ ਸਾਡੇ ਸਾਹਮਣੇ ਰੱਖੇ ਨੇ। ਵੇਖੋ, ਇਹ ਜਿਹੜੀ ਵਿਚਾਰ ਗੁਰੂ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਨਾ, ਇਹਦਾ ਭਾਵ
ਇਹ ਹੈ कि सतगुरु जी सानू ये गल दृढ़ करा देनी चाहुंदे ने कि हे मनुख, तेरा जीवन जिहड़ा है उस अकाल पुरख परमात्मा दे वस दे विच है, ਉਹਦੇ हुक्म दे विच है। जे तू अपने जीवन नू उसदे हुक्म दे विच बतीत करेगा, ਉਹਦੇ मुताबक जिंदगी नू जिवेगा, ते तेरा जीवन जिहड़ा है वो बड़ा सुखमई ते आनंदमई बन सकता है। सो सतगुरु जी दा आपां बचन रोज़ ही ये बचन पढ़ते हैं, जिहदे विच गुरु साहिब जी ने सानू ये गल दृढ़ कराई है। ते गुरु नानक साहिब जी दा मुबारक बचन है, आखण जोर चुपै न हजूर, जोर न मंगण दे न जोर, जोर न जीवन मरण है जोर, जोर न राज माल मन शोर, जोर न सुरती ज्ञान विचार, जोर न जुगती छुटै संसार। ते अखीर ते सतगुरु जी कहते हैं, जिस हथ जोर कर वेखै सोए, नानक उत्तम नीच ना कोय। सतगुरु जी कह लगे, जिस अकाल पुरख परमात्मा दे हथ दे विच ये सत्ता है, ये तान है, सो जिवें वो अकाल पुरख परमात्मा चला रहा है, सतगुरु जी कह लगे उवें हे जीव तेनू चलना पैना है। क्योंकि ना तो आखण दे विच तेरी कोई अपनी सत्ता है, अपना जोर है, अपना तान है, ते ना सुनन दे विच आखण जोर। सतगुरु जी कह लगे ये इन्हां दे विच किसे दे विच भी तेरी सत्ता नहीं है। सो गुरु साहिब जी ने बाणी दे विच सानू बार बार ये गल समझाई, ज्यों तू चला है तिव चलना स्वामी। आपां आसा की वार पढ़दे हां ते उहदे विच भी सतगुरु जी सानू ये गल समझा रहे ने कि हे जीव, उस अकाल पुरख परमात्मा दे निज़म, उहदा हुक्म जिवें तैनू चला रहा है उवें तू चल रहा है। तो सतगुरु जी कहते हैं, वदी सो वजग नानका सच्चा वेखै सोए, सबनी छाला मारियां करता करे सो होए। या मुबारक बाणी का आपां वचन पढ़ते हैं, मेरे हर जियो सब को तेरे वस, असां जोर नाही, जे किछ कर हम साकै, ज्यों भावै तिवें बख्श। या सतगुरु जी की बाणी कहती है, मता करे पश्चिम के ताई पूरब ही ले जात। ये जीव जिहड़ा है वो ये अपने बहुतांत यतन करता है, ये अपनियां बहुत सियाणपां जिहड़ियां ने वो वरतदा है। पर सतगुरु जी कह लगे, सबनी छालां मारियां करता करे सो होए। होना उही कुछ है जिवें वो अकाल पुरख परमात्मा नूं पाउंदा है, जिवें उहदा हुक्म है। इत्थे मैं दूसरा पक्ष भी आप जी दे नाल साझा करदे हां। इहदा भाव ये नहीं, इहदा भाव ये हरगज नहीं है कि असीं हत्थ दे उत्ते हत्थ रख के बैठे रहना है ते असीं ये कहना भी जिवें वो परमात्मा करावेगा उवें कर लवांगे। नहीं, इहदा मतलब ये बिल्कुल नहीं है। उद्यम जिहड़ा है वो सानू करना पवेगा, पर उद्यम जिहड़ा है वो सानू रब्बी निज़मां दे विच करना पैना है, ना कि सानू अपने मन की मर्जी के मुताबिक। सो सतगुरु जी कहते ने, ज्यों तू चला है तिव चलना स्वामी, होर क्या जाना गुण तेरे। हे मालक जी, तेरे हुक्म रूपी अमृत नूं छक के पी के मेरी जीवन जुगत इहो जी बनी है। मैनू केवल इन्नी कु गल दी समझ लगी है तां तेरे गुण बड़े बेअंत, तेरे गुण बड़े ने। आपां पढ़दे हां, जीवा एक कवन गुण कहिए। गुण तां तेरे बहुत ने, पर सतगुरु जी कह लगे मैनू केवल इन्नी कु समझ लगी है भी जिवें तू सानू जीवां नूं चलाउणा है उवें असीं जीव चलदे हां। ते गुरु साहब जी कहते, जिव तू चला है तिवे चला, जिन्ना मार्ग पावहे। हे परमात्मा जी, जिवें तू सानू चला रहा है उवें असीं चलदे हां, जिन्ना मार्ग पावहे, ते जिन्हां नूं तू इस आत्मक शांति दे रस्ते दे उत्ते तोड़ देना है।
ਜਿਨ੍ਹਾਂ ਨੂੰ ਇਸ ਸੱਚ ਦੇ ਮਾਰਗ ਦਾ ਪਾਂਧੀ ਬਣਾ ਦੇਣਾ ਹੈ, ਫਿਰ ਉਹ ਲੋਕ ਜਿਹੜੇ ਨੇ ਇਸ ਰਸਤੇ ਦੇ ਉੱਤੇ ਤੁਰਦੇ ਨੇ। ਮੈਂ ਇੱਥੇ ਇੱਕ ਨੁਕਤਾ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਆਮ ਕਰਕੇ ਸਾਡਿਆਂ ਮਨਾਂ ਦੇ ਵਿੱਚ ਇੱਕ ਸਵਾਲ ਹੁੰਦਾ ਹੈ, ਇੱਕ ਸ਼ੰਕਾ ਸਾਡੇ ਮਨ ਦੇ ਵਿੱਚ ਪੈਦਾ ਹੁੰਦਾ ਹੈ। ਉਹ ਸ਼ੰਕਾ ਇਸ ਗੱਲ ਦਾ ਵੀ ਜੇ ਸਭ ਕੁਝ ਹੀ ਰੱਬ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ, ਜੇ ਰੱਬ ਜਿਵੇਂ ਚਲਾ ਰਿਹਾ ਹੈ ਉਵੇਂ ਜੀਵ ਚੱਲਦਾ ਹੈ, ਤੇ ਫਿਰ ਜੀਵ ਬੇਗੁਨਾਹ ਹੋਇਆ, ਫਿਰ ਉਹ ਕਿਸੇ ਵੀ ਪ੍ਰਕਾਰ ਦਾ ਗੁਨਾਹਗਾਰ ਨਹੀਂ ਹੈ, ਫਿਰ ਉਹ ਤਾਂ ਬੇਗੁਨਾਹ ਹੈ, ਕਿਉਂਕਿ ਜਿਵੇਂ ਰੱਬ ਚਲਾ ਰਿਹਾ ਹੈ ਉਵੇਂ ਉਹ ਚੱਲ ਰਿਹਾ ਹੈ। ਖਿਮਾ ਕਰਨਾ, ਜੇ ਸਾਡਿਆਂ ਮਨਾਂ ਦੇ ਵਿੱਚ ਇਹ ਭਰਮ ਪੈਦਾ ਹੋ ਰਿਹਾ ਹੈ ਤੇ ਇਹਦਾ ਕਾਰਨ ਇਹ ਹੈ ਵੀ ਅਸੀਂ ਅਜੇ ਬਾਣੀ ਨੂੰ ਉਸ ਗਹਿਰਾਈ ਦੇ ਵਿੱਚ ਜਾ ਕੇ ਸਮਝ ਨਹੀਂ ਸਕੇ। ਅਸੀਂ ਬਾਣੀ ਦੀ ਵਿਚਾਰ ਨੂੰ ਉਸ ਸੰਦਰਭ ਦੇ ਵਿੱਚ ਜਾਣ ਨਹੀਂ ਸਕੇ। ਜੇ ਸਾਡੇ ਮਨਾਂ ਦੇ ਵਿੱਚ ਇਹ ਸ਼ੰਕਾ, ਇਹ ਸਵਾਲ ਪੈਦਾ ਹੁੰਦਾ ਹੈ ਵੀ ਜੇ ਸਭ ਕੁਝ ਹੀ ਰੱਬ ਕਰਾ ਰਿਹਾ ਤੇ ਫਿਰ ਜੀਵ ਜਿਹੜਾ ਹੈ ਉਹ ਗੁਨਾਹਗਾਰ ਕਿਵੇਂ ਹੋਇਆ। ਤੇ ਮੈਂ ਬਾਣੀ ਦੇ ਵਿੱਚੋਂ ਸਾਧ ਸੰਗਤ ਜੀ 2 ਪ੍ਰਮਾਣ ਦੇ ਕਰਕੇ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਾਂਗਾ। ਹੋ ਸਕਦਾ ਹੈ ਆਪ ਜੀ ਦਾ ਇਹ ਸ਼ੰਕਾ ਜਿਹੜਾ ਹੈ ਉਹ ਕਲੀਅਰ ਹੋ ਜਾਵੇ, ਜਿੰਨੀ ਕੁ ਦਾਸ ਨੂੰ ਬਾਣੀ ਦੇ ਵਿੱਚੋਂ ਸਮਝ ਲੱਗੀ ਹੈ। ਮੈਂ ਇਹ ਗੱਲ ਪਹਿਲਾਂ ਸਪਸ਼ਟ ਕਰ ਦਿਆਂ ਕਿ ਕੋਈ ਸ਼ੱਕ ਨਹੀਂ, ਜੀਵ ਚੱਲ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੀਵ ਦੀਆਂ, ਇਨਸਾਨ ਦੀਆਂ ਕੀਤੀਆਂ ਗਲਤੀਆਂ ਜਿਹੜੀਆਂ ਨੇ ਉਹ ਰੱਬ ਦੇ ਉੱਤੇ ਥੋਪ ਦਿੱਤੀਆਂ ਜਾਣ। ਵੈਸੇ ਇਨਸਾਨ ਜਿਹੜਾ ਹੈ ਨਾ, ਉਹ ਇਹੀ ਗੱਲ ਜਿਹੜੀ ਹੈ ਆਪਣੇ ਜੀਵਨ ਦੇ ਵਿੱਚ ਚਾਹੁੰਦਾ ਵੀ ਗਲਤੀ ਮੇਰੀ ਹੋਵੇ ਤੇ ਉਸ ਗਲਤੀ ਨੂੰ ਮੈਂ ਕਿਸੇ ਦੇ ਮੱਥੇ ਦੇ ਉੱਤੇ ਮੜ ਦਿਆਂ। ਬਚਪਨ ਤੋਂ ਹੀ ਇਹ ਇਨਸਾਨ ਦੀ ਇੱਕ ਬਿਰਤੀ ਬਣ ਜਾਂਦੀ ਹੈ। ਜਦੋਂ ਬੱਚਾ ਹੁੰਦਾ ਹੈ ਨਾ ਤੇ ਭੈਣ ਭਰਾਵਾਂ ਦੇ ਨਾਲ ਖੇਡਦੇ, ਜੇ ਕਿਤੇ ਮੜੀ ਮੋਟੀ ਉਹਦੇ ਕੋਲ ਕੋਈ ਗਲਤੀ ਹੋ ਗਈ ਹੈ ਤੇ ਉਹਨੇ ਫੱਟ ਦੇਣੀ ਦੀ ਨਾਲ ਦੇ ਭੈਣ ਭਰਾ ਦਾ ਨਾਮ ਲਾ ਦੇਣਾ ਵੀ ਮੈਂ ਇਸ ਗਲਤੀ ਨੂੰ ਉਹਦੇ ਮੱਥੇ ਤੇ ਮੜ ਕੇ ਮੈਂ ਬਰੀ ਹੋ ਜਾਵਾਂ। ਤੇ ਇਹੀ ਬਿਰਤੀ ਜਿਹੜੀ ਹੈ ਸਾਡੇ ਨਾਲ ਵੱਡੀ ਹੁੰਦੀ ਹੈ। ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਆ, ਫਿਰ ਅਸੀਂ ਗਲਤੀਆਂ ਆਪ ਕਰਦੇ ਹਾਂ, ਪਰ ਅਸੀਂ ਉਹਨਾਂ ਗਲਤੀਆਂ ਨੂੰ ਮੜ ਅਸੀਂ ਰੱਬ ਦੇ ਨਾਮ ਦੇ ਨਾਲ ਦਿੰਦੇ ਹਾਂ ਵੀ ਜਿਵੇਂ ਰੱਬ ਦੀ ਮਰਜ਼ੀ ਸੀ। ਨਹੀਂ, ਐਸਾ ਨਹੀਂ। ਇਹਦਾ ਮਤਲਬ ਇਹ ਹੈ ਵੀ ਅਸੀਂ ਅਜੇ ਰੱਬ ਨੂੰ ਸਮਝੇ ਹੀ ਨਹੀਂ। ਜੇ ਅਸੀਂ ਇਹ ਗੱਲ ਕਹਿ ਰਹੇ ਹਾਂ ਨਾ, ਫਿਰ ਅਸੀਂ ਰੱਬ ਨੂੰ ਸਮਝੇ ਹੀ ਨਹੀਂ ਹੈ। ਜੇ ਸਾਡੇ ਮਨ ਦੇ ਅੰਦਰ ਇਹ ਭਾਵਨਾ ਪੈਦਾ ਹੋ ਰਹੀ ਹੈ ਵੀ ਇਹ ਮੈਂ ਨਹੀਂ ਕੀਤਾ, ਇਹ ਤਾਂ ਰੱਬ ਦੀ ਮਰਜ਼ੀ ਸੀ, ਤੇ ਬਾਣੀ ਪਤਾ ਕੀ ਕਹਿੰਦੀ ਹੈ? ਬੜਾ ਮਕਬੂਲ ਬਚਨ ਹੈ ਸਾਧ ਸੰਗਤ ਜੀ, ਸਤਿਗੁਰਾਂ ਦੀ ਬਾਣੀ ਦਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣੀਆਂ। ਇਹ ਤੇਰੇ ਕਰਮਾਂ ਦਾ ਦੋਸ਼ ਹੈ, ਇਹ ਗਲਤੀ ਤੇਰੀ ਹੈ, ਇਸ ਗਲਤੀ ਨੂੰ ਐਕਸੈਪਟ ਕਰ। ਤੂੰ ਇਹ ਗੱਲ ਕਹਿ, ਹੇ ਮਾਲਕ ਜੀ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਹੈ ਕਿ ਚਲਾ ਤਾਂ ਤੂੰ ਆਪਣੇ ਹੁਕਮ ਦੇ ਵਿੱਚ ਰਿਹਾ ਸੀ, ਪਰ ਮੈਂ ਤੇਰੇ ਹੁਕਮ ਤੋਂ ਬਾਹਰ ਜਾ ਕਰਕੇ ਇਹ ਗਲਤੀ ਜਿਹੜੀ ਹੈ ਉਹ ਕਰ ਬੈਠਾ। ਮੇਰੀ ਇਹ ਗਲਤੀ ਮੈਂ ਪ੍ਰਵਾਨ ਕਰਦਾ। ਇਸ ਨੂੰ ਇਸ ਢੰਗ ਦੇ ਨਾਲ ਆਪਾਂ ਉਦਾਹਰਨ ਲੈ ਕਰਕੇ ਸਮਝ ਸਕਦੇ ਹਾਂ। ਮੰਨ ਕੇ ਚੱਲੋ ਵੀ ਹੁਣ ਕੋਈ ਇਨਸਾਨ ਜਿਹੜਾ ਹੈ, ਕੋਈ ਮਨੁੱਖ ਜਿਹੜਾ ਹੈ, ਉਹ ਘਰੋਂ ਤੁਰਿਆ ਗੱਡੀ ਲੈ ਕਰਕੇ, ਰੋਡ ਦੇ ਉੱਤੇ ਗੱਡੀ ਉਹਨੇ ਚਲਾਈ ਹੈ, ਰੋਡ ਦੇ ਉੱਤੇ ਗੱਡੀ ਉਹਨੇ ਚਲਾਣੀ ਸ਼ੁਰੂ ਕਰ ਦਿੱਤੀ ਹੈ। ਹੁਣ
ਉਹ ਆਪਣੀ ਮਰਜ਼ੀ ਦੇ ਨਾਲ ਰੋਡ ਨੂੰ ਛੱਡ ਕੇ ਜੇ ਉਹ ਕੱਚੇ ਥਾਂ ਦੇ ਉੱਤੇ ਜਾਂ ਰੋਡ ਤੋਂ ਥੱਲੇ ਆ ਕੇ ਉਹ ਗੱਡੀ ਚਲਾਵੇਗਾ ਤੇ ਇਹੋ ਜੀ ਜੇ ਦੁਰਘਟਨਾ ਕੋਈ ਵਾਪਰ ਜਾਂਦੀ ਹੈ ਉਹਦੇ ਨਾਲ ਤੇ ਉਹ ਕਵੇ ਵੀ ਇਹ ਰੋਡ ਦੀ ਗਲਤੀ ਹੈ ਜਾਂ ਰੋਡ ਬਣਾਉਣ ਵਾਲਿਆਂ ਦੀ ਗਲਤੀ ਹੈ। ਨਹੀਂ ਭਲਿਆ, ਨਾ ਤਾਂ ਇਹ ਉਸ ਰੋਡ ਦੀ ਗਲਤੀ ਹੈ ਨਾ ਰੋਡ ਬਣਾਉਣ ਵਾਲਿਆਂ ਦੀ ਗਲਤੀ ਹੈ। ਤੈਨੂੰ ਆਪਣੀ ਗਲਤੀ ਐਕਸੈਪਟ ਕਰਨੀ ਪਵੇਗੀ। ਤੂੰ ਰੋਡ ਤੋਂ ਥੱਲੇ ਉਤਰ ਕੇ ਕੱਚੇ ਥਾਂ ਤੇ ਖੱਡਿਆਂ ਦੇ ਵਿੱਚ ਗੱਡੀ ਜਿਹੜੀ ਹੈ ਉਹ ਚਲਾਉਣੀ ਸ਼ੁਰੂ ਕਰ ਦਿੱਤੀ ਹੈ, ਤਾਂ ਤੈਨੂੰ ਇਹ ਦੁਰਘਟਨਾ ਦਾ ਸ਼ਿਕਾਰ ਹੋਣਾ ਪਿਆ ਹੈ। ਤਾਂ ਇਹ ਮਾੜੀ ਘਟਨਾ ਜਿਹੜੀ ਹੈ ਉਹ ਤੇਰੇ ਨਾਲ ਵਾਪਰੀ ਹੈ। ਜੇ ਤੂੰ ਸੜਕ ਦੇ ਉੱਤੇ ਰੋਡ ਦੇ ਉੱਤੇ ਤੁਰਦਾ ਰਹਿੰਦਾ ਤੇ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਜਾਣਾ ਸੀ। ਆਪਾਂ ਵੇਖਦੇ ਨਾ ਜਿਹੜੇ ਰੋਡ ਟੁੱਟ ਜਾਂਦੇ ਨੇ ਉਹਨਾਂ ਦੀ ਮੁਰੰਮਤ ਹੁੰਦੀ ਹੈ, ਖੱਡੇ ਹੋ ਜਾਣ ਤੇ ਉਹਨਾਂ ਨੂੰ ਬਕਾਇਦਾ ਭਰਿਆ ਜਾਂਦਾ ਹੈ। ਉਹਦਾ ਕਾਰਨ ਹੀ ਇਹ ਹੈ ਕਿ ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਰਹਿ ਜਾਵੇ। ਚੱਲਣ ਵਾਲਾ ਜੇ ਕਿਤੇ ਕੱਲ ਨੂੰ ਕੋਈ ਦੁਰਘਟਨਾ ਕਰ ਵੀ ਬੈਠਦਾ ਹੈ ਤੇ ਉਹ ਇਹ ਗੱਲ ਨਾ ਕਵੇ ਵੀ ਰੋਡ ਦੀ ਗਲਤੀ ਕਰਕੇ ਜਾਂ ਮੈਂ ਸਰਕਾਰ ਦੀ ਗਲਤੀ ਕਰਕੇ ਜਾਂ ਬਣਾਉਣ ਵਾਲਿਆਂ ਦੀ ਗਲਤੀ ਕਰਕੇ ਮੇਰੇ ਨਾਲ ਇਹ ਦੁਰਘਟਨਾ ਵਾਪਰੀ ਹੈ। ਨਹੀਂ, ਜੇ ਤੂੰ ਸੜਕ ਦੇ ਉੱਤੇ ਤੁਰਦਾ ਰਹਿੰਦਾ ਤੇ ਤੇਰੇ ਨਾਲ ਕਦੇ ਵੀ ਘਟਨਾ ਨਹੀਂ ਸੀ ਵਾਪਰ ਸਕਦੀ। ਆਪਣੀ ਗਲਤੀ ਨੂੰ ਐਕਸੈਪਟ ਕਰ। ਉਵੇਂ ਜੇ ਰੱਬ ਦੇ ਹੁਕਮ ਰੂਪੀ ਰੋਡ ਦੇ ਉੱਤੇ ਅਸੀਂ ਤੁਰਦੇ ਰਹਿੰਦੇ ਤੇ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚ ਜਾਣਾ ਸੀ। ਫਿਰ ਅਸੀਂ ਆਪਣੀ ਉਸ ਮੰਜ਼ਿਲ ਤੱਕ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੱਕ ਪਹੁੰਚ ਜਾਣਾ ਸੀ। ਪਰ ਅਸੀਂ ਰੱਬ ਦੇ ਹੁਕਮ ਰੂਪੀ ਰੋਡ ਤੋਂ ਲਾਂਭੇ ਜਾ ਕੇ ਆਪਣੇ ਇਸ ਜੀਵਨ ਦੀ ਗੱਡੀ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਕਦੇ ਕਾਮ ਦੀਆਂ ਖੱਡਿਆਂ ਦੇ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ, ਕਦੇ ਹੰਕਾਰ ਦੀਆਂ ਖੱਡਿਆਂ ਦੇ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ, ਕਦੇ ਅਸੀਂ ਲਾਲਚ ਦੀਆਂ ਖੱਡਿਆਂ ਦੇ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ ਥਾਂ ਥਾਂ ਤੇ ਸਾਡੇ ਨਾਲ ਦੁਰਘਟਨਾਵਾਂ ਵਾਪਰੀਆਂ। ਜਦੋਂ ਉਹ ਦੁਰਘਟਨਾਵਾਂ ਵਾਪਰੀਆਂ ਫਿਰ ਅਸੀਂ ਇਹ ਦੋਸ਼ ਜਿਹੜਾ ਸੀ ਇਹ ਰੱਬ ਦੇ ਮੱਥੇ ਦੇ ਉੱਤੇ ਮੜ ਦਿੱਤਾ। ਫਿਰ ਅਸੀਂ ਆਪਣੀ ਗਲਤੀ ਜਿਹੜੀ ਸੀ ਉਹ ਰੱਬ ਦੇ ਮੱਥੇ ਦੇ ਉੱਤੇ ਮੜ ਦਿੱਤੀ ਵੀ ਨਹੀਂ, ਰੱਬ ਨੇ ਸਾਡੇ ਨਾਲ ਐਵੇਂ ਹੀ ਕਰਨਾ ਸੀ ਜਾਂ ਇਹ ਜਿਵੇਂ ਰੱਬ ਦੀ ਮਰਜ਼ੀ ਉਵੇਂ ਸਾਡੇ ਨਾਲ ਹੋਣਾ ਸੀ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਜੀ ਕਹਿੰਦੇ ਕਿ ਕੋਈ ਸ਼ੱਕ ਨਹੀਂ ਵੀ ਚੱਲ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਰਿਹਾ ਹੈ, ਪਰ ਚੱਲਦਾ ਚੱਲਦਾ ਤੂੰ ਕਿਤੇ ਨਾ ਕਿਤੇ ਆਪਣੀਆਂ ਮਨ ਆਈਆਂ ਕਰਨੀਆਂ ਸ਼ੁਰੂ ਕਰ ਦਿੰਦਾ, ਆਪਣੀਆਂ ਮਨ ਮਰਜ਼ੀਆਂ ਕਰਨੀਆਂ ਸ਼ੁਰੂ ਕਰਦਾ, ਜਿਹਦੇ ਕਾਰਨ ਤੂੰ ਹਾਦਸਾਗ੍ਰਸਤ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਕਰ ਦਿੰਦਾ। ਸੋ ਮੈਂ ਜਿਹੜੀ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ ਸੀ ਵੀ ਆਮ ਕਰਕੇ ਅਸੀਂ ਇਹ ਕਹਿੰਦੇ ਆ ਵੀ ਬੰਦਾ ਫਿਰ ਗੁਨਾਹਗਾਰ ਕਿਵੇਂ ਹੋਇਆ ਜੇ ਸਭ ਕੁਝ ਰੱਬ ਹੀ ਕਰਾ ਰਿਹਾ ਹੈ। ਕੋਈ ਸ਼ੱਕ ਨਹੀਂ ਹੈ, ਰੱਬ ਹੀ ਕਰਾ ਰਿਹਾ ਹੈ, ਰੱਬ ਦਾ ਹੁਕਮ ਚੱਲ ਰਿਹਾ ਹੈ। ਪਰ ਜਿੱਥੇ ਬੰਦਾ ਆਪਣੀ ਮਨਮਰਜ਼ੀ ਕਰਦਾ ਹੈ, ਜਿੱਥੇ ਫਿਰ ਉਹੀ ਆਪਾਂ ਗੱਲ ਸਮਝ ਲਈਏ, ਜਿੱਥੇ ਬੰਦਾ ਰੱਬ ਦੇ ਹੁਕਮ ਰੂਪੀ ਰੋਡ ਤੋਂ ਥੱਲੇ ਉਤਰ ਕੇ ਕੱਚੇ ਦੇ ਵਿੱਚ ਖੱਡਿਆਂ ਦੇ ਵਿੱਚ ਗੱਡੀ ਚਲਾਉਣੀ ਸ਼ੁਰੂ ਕਰ ਦਿੰਦਾ ਹੈ, ਉਦੋਂ ਇਹ ਹਾਦਸਾਗ੍ਰਸਤ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਦੀ ਬਾਣੀ ਨੇ ਬੜੀ ਪਿਆਰੀ ਗੱਲ ਕਹੀ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ। ਨੱਕ ਨੱਥ ਖਸਮ ਹੱਥ, ਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਸ਼ੱਕ ਨਹੀਂ ਹੈ ਕਿ ਇਸ ਜੀਵ ਦੀ ਜਿਹੜੀ ਨੱਥ ਹੈ ਨਾ ਉਹ ਅਕਾਲ ਪੁਰਖ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਇਸ ਜੀਵ ਨੂੰ ਪਰਮਾਤਮਾ ਨੇ ਹੁਕਮ ਰੂਪੀ ਨੱਥ ਪਾਈ ਹੈ। ਕਿਰਤ ਧੱਕੇ ਦੇ, ਕਿਰਤ ਦੇ ਅਰਥ ਨੇ ਸੁਭਾਅ। ਆਮ ਕਰਕੇ ਇਹ ਪੰਕਤੀ ਜਿਹੜੀ ਹੈ, ਇਹ ਸ਼ਲੋਕ ਜਿਹੜਾ ਨਾ ਅਸੀਂ ਆਮ ਕਰਕੇ ਇੱਥੇ ਟਿਕਾ ਜਾਂਦੇ ਆ ਜਦੋਂ ਕੋਈ ਬੰਦਾ ਕਿਰਤ ਕਰਨ ਆਪਣੇ ਘਰੋਂ ਦੇਸ਼ ਪ੍ਰਦੇਸ਼ ਜਾਂਦਾ ਹੈ ਤੇ ਫਿਰ ਉਹ ਆਮ ਇਹ ਗੱਲ ਕਹਿੰਦਾ, ਵੇਖੋ ਜੀ
ਅਸੀਂ ਤਾਂ ਜਿਵੇਂ ਉਹ ਪਰਮਾਤਮਾ ਕਿਰਤ ਕਰਾ ਰਿਹਾ ਉਵੇਂ ਅਸੀਂ ਕਰ ਰਹੇ ਹਾਂ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਸਾਡੀ ਤਾਂ ਕਿਰਤ ਨੂੰ ਧੱਕੇ ਜਿਹੜੇ ਨੇ ਉਹ ਮਿਲੇ ਹੋਏ ਨੇ। ਜਿੱਥੇ ਉਹ ਪਰਮਾਤਮਾ ਤੋਰ ਰਿਹਾ ਉਧਰ ਅਸੀਂ ਤੁਰ ਪੈਂਦੇ ਹਾਂ। ਐਸਾ ਨਹੀਂ ਹੈ। ਇਸ ਪੰਕਤੀ ਦੇ ਅਰਥ ਨੇ ਸੁਭਾਅ, ਕਿਰਤ ਦੇ ਅਰਥ ਨੇ ਸੁਭਾਅ। ਸਤਿਗੁਰੂ ਜੀ ਕਹਿੰਦੇ ਕੋਈ ਸ਼ੱਕ ਨਹੀਂ, ਇਸ ਜੀਵ ਦੀ ਜਿਹੜੀ ਨੱਥ ਹੈ ਨਾ ਉਹ ਅਕਾਲ ਪੁਰਖ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਪਰ ਇਸ ਦਾ ਸੁਭਾਅ ਜਿਹੜਾ ਹੈ ਨਾ, ਸੁਭਾਅ ਉਹ ਇਸ ਨੂੰ ਧੱਕੇ ਦੇ ਰਿਹਾ ਹੈ, ਉਹ ਇਸ ਨੂੰ ਖਿੱਚ ਕੇ ਲੈ ਕੇ ਜਾ ਰਿਹਾ ਹੈ। ਆਪਾਂ ਇਸ ਨੂੰ ਐਵੇਂ ਸਮਝ ਸਕਦੇ ਹਾਂ, ਕਈ ਵਾਰ ਵੇਖਿਆ ਨਾ, ਜਦੋਂ ਕਿਸੇ ਸੰਡੇ ਨੂੰ ਜਾਂ ਕਿਸੇ ਬਲਦ ਨੂੰ ਨੱਥ ਪਾਈ ਹੁੰਦੀ ਹੈ, ਹੁਣ ਉਹ ਕਈ ਵਾਰੀ ਨੱਥ ਛਡਾ ਕੇ ਨਾ ਉਹ ਆਊਟਸਾਈਡ ਭੱਜਦਾ ਹੈ। ਚਲਾਉਣ ਵਾਲਾ ਕਿਸਾਨ ਜਿਹੜਾ ਉਹਨੂੰ ਹੋਰ ਪਾਸੇ ਲੈ ਕੇ ਜਾਂਦਾ, ਉਹ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਮੁਤਾਬਕ ਕਿਸੇ ਹੋਰ ਪਾਸੇ ਭੱਜਣਾ ਚਾਹੁੰਦਾ। ਸੇਮ ਹਾਲਾਤ ਜਿਹੜੀ ਹੈ ਉਹ ਮਨੁੱਖ ਦੀ ਹੈ। ਹੁਣ ਕਿਸਾਨ ਨੇ ਨੱਥ ਤੇ ਪਾਈ ਹੈ ਨਾ, ਤੇ ਇਸ ਕਰਕੇ ਪਾਈ ਹੈ ਵੀ ਇਹ ਮੇਰੇ ਮੁਤਾਬਕ ਚੱਲੇ। ਪਰ ਬਹੁਤੀ ਵਾਰੀ ਜਦੋਂ ਪੁੱਤਰ ਜਾਂਦਾ ਹੈ ਨਾ, ਜਦੋਂ ਉਹ ਬਲਦ ਪੁੱਤਰ ਜਾਂਦਾ ਹੈ ਤੇ ਫਿਰ ਉਹ ਅਮੋੜਪੁਣਾ ਕਰਦਾ ਹੈ। ਉਵੇਂ ਹੀ ਇਹ ਜਦੋਂ ਮਨ ਰੂਪੀ ਬਲਦ ਪੁੱਤਰ ਜਾਂਦਾ ਹੈ ਨਾ ਵਿਸ਼ਿਆਂ ਵਿਕਾਰਾਂ ਦੇ ਨਾਲ, ਫਿਰ ਇਹ ਅਮੋੜਪੁਣਾ ਕਰਦਾ ਹੈ, ਜਿਹਨੂੰ ਬਾਣੀ ਕਹਿੰਦੀ ਹੈ ਮਾਤਾ ਭੈਂਸਾ ਅਮੂਹਾਂ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਸੋ ਸਤਿਗੁਰੂ ਜੀ ਕਹਿੰਦੇ ਨੇ ਕੋਈ ਸ਼ੱਕ ਨਹੀਂ ਹੈ, ਇਸ ਗੱਲ ਨੂੰ ਸਮਝਿਆ ਜੀ ਕਿ ਚਲਾ ਪਰਮਾਤਮਾ ਦਾ ਹੁਕਮ ਹੀ ਰਿਹਾ ਹੈ। ਨੱਕ ਦੇ ਵਿੱਚ ਨੱਥ ਜਿਹੜੀ ਹੈ ਰੱਬ ਦੇ ਹੁਕਮ ਦੀ ਹੋਈ ਹੈ, ਪਰ ਸਾਡਾ ਸੁਭਾਅ ਜਿਹੜਾ ਹੈ ਉਹ ਸਾਨੂੰ ਭਟਕਾਈ ਫਿਰਦਾ ਹੈ, ਉਹ ਸਾਨੂੰ ਗਲਤ ਪਾਸੇ ਲੈ ਜਾਂਦਾ ਹੈ, ਸਾਨੂੰ ਗੁਨਾਹਗਾਰ ਬਣਾ ਦਿੰਦਾ ਹੈ। ਇਸ ਕਰਕੇ ਅਸੀਂ ਆਪਣੇ ਆਪ ਨੂੰ ਬੇਗੁਨਾਹ ਨਾ ਕਹੀਏ, ਅਸੀਂ ਆਪਣੇ ਆਪ ਨੂੰ ਗੁਨਾਹਗਾਰ ਮੰਨੀਏ, ਆਪਣੀ ਗਲਤੀ ਐਕਸੈਪਟ ਕਰੀਏ, ਆਪਣੀ ਗਲਤੀ ਦਾ ਦੋਸ਼ ਜਿਹੜਾ ਹੈ ਉਹ ਰੱਬ ਦੇ ਮੱਥੇ ਦੇ ਉੱਤੇ ਨਾ ਬਣੀਏ। ਖੈਰ ਸਤਿਗੁਰੂ ਜੀ ਕਹਿੰਦੇ ਨੇ ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਜਿਨ੍ਹਾਂ ਦੇ ਉੱਤੇ ਰੱਬ ਜੀ ਤੂੰ ਕਿਰਪਾ ਕਰਕੇ ਆਪਣੇ ਨਾਮ ਦੇ ਵਿੱਚ ਜਿਨ੍ਹਾਂ ਨੂੰ ਲਾਉਣਾ ਹੈ ਉਹ ਫਿਰ ਸਦਾ ਹੀ ਤੇਰੇ ਨਾਮ ਨੂੰ ਧਿਆਉਂਦੇ ਨੇ। ਭਾਵ ਉਹ ਇਨਸਾਨ ਜਿਨ੍ਹਾਂ ਨੂੰ ਤੇਰੇ ਹੁਕਮ ਦੀ ਸਮਝ ਆ ਜਾਂਦੀ ਹੈ ਉਹ ਸਦਾ ਹੀ ਸੱਚ ਦੇ ਵਿੱਚ ਜੁੜੇ ਰਹਿੰਦੇ ਨੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਜਿਹਨੂੰ ਤੂੰ ਆਪਣੀ ਸਿਫਤ ਸਲਾਹ ਸੁਣਾਉਣਾ ਹੈ, ਜਿਹਨੂੰ ਸੁਣਾਉਣ ਤੋਂ ਭਾਵ ਹੈ ਜਿਹਨੂੰ ਤੇਰੀ ਸਿਫਤ ਸਲਾਹ ਚੰਗੀ ਲੱਗ ਜਾਂਦੀ ਹੈ, ਫਿਰ ਉਹ ਗੁਰੂ ਦੇ ਦਰ ਤੇ ਆ ਕੇ ਆਤਮਿਕ ਸੁਖ ਪ੍ਰਾਪਤ ਕਰਦਾ ਹੈ, ਆਤਮਿਕ ਆਨੰਦ ਨੂੰ ਮਾਣਦਾ ਹੈ। ਤੇ ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵੇ। ਨਾਨਕ ਇਹ ਗੱਲ ਆਖਦਾ ਹੈ, ਹੇ ਸਦਾ ਸਥਿਰ ਰਹਿਣ ਵਾਲੇ ਮਾਲਕ ਜੀ, ਜਿਵੇਂ ਤੈਨੂੰ ਭਾਉਂਦਾ ਹੈ ਉਵੇਂ ਤੂੰ ਜੀਵਾਂ ਨੂੰ ਚਲਾ ਰਿਹਾ ਹੈ। ਜੀਵ ਦੀ ਆਪਣੀ ਕੋਈ ਪਾਇਆ ਨਹੀਂ ਹੈ, ਆਪਣੀ ਕੋਈ ਹਸਤੀ ਨਹੀਂ ਹੈ, ਆਪਣੀ ਕੋਈ ਮਰਜ਼ੀ ਨਹੀਂ ਹੈ। ਤੇ ਇਹ ਵੀ ਮੈਂ ਬੇਨਤੀ ਕਰ ਦਵਾਂ, ਭਾਵੇਂ ਜੀਵ ਦੀ ਆਪਣੀ ਕੋਈ ਮਰਜ਼ੀ ਨਹੀਂ, ਚੱਲ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਰਿਹਾ, ਪਰ ਜੀਵ ਜਿਹੜਾ ਹੈ ਉਹ ਬੇਗੁਨਾਹ ਨਹੀਂ ਹੈ। ਉਹ ਆਪਣੇ ਆਪ ਨੂੰ ਬੇਦੋਸ਼ਾ ਨਹੀਂ ਕਹਿ ਸਕਦਾ, ਕਿਉਂਕਿ ਜੇ ਤਾਂ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਤੇ ਕਦੇ ਵੀ ਇਹ ਦੋਸ਼ੀ ਨਹੀਂ ਸੀ ਬਣ ਸਕਦਾ। ਇਹ ਦੋਸ਼ੀ ਬਣਿਆ ਹੀ ਤਾਂ ਹੈ, ਇਹ ਗੁਨਾਹਗਾਰ ਹੋਇਆ ਹੀ ਤਾਂ ਹੈ, ਕਿਉਂਕਿ ਇਸਨੇ ਆਪਣੇ ਆਪ ਨੂੰ ਪਰਮਾਤਮਾ ਦੇ ਹੁਕਮ ਤੋਂ ਆਊਟ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਬਾਹਰ ਨਿਕਲ ਕੇ ਨਿਯਮਾਂ ਤੋਂ ਆਪਣੀ ਜ਼ਿੰਦਗੀ ਨੂੰ ਇਸਨੇ ਜਿਉਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਕਿਰਪਾ ਕਰੇ, ਆਓ ਇਸ ਗੱਲ ਨੂੰ ਆਪਾਂ ਸਮਝੀਏ, ਰੱਬ ਦੇ ਹੁਕਮ ਦੇ ਵਿੱਚ ਰਹਿਣ ਦਾ ਯਤਨ ਕਰੀਏ, ਉਸ ਅਕਾਲ ਪੁਰਖ ਪਰਮਾਤਮਾ ਦੇ ਨਿਯਮਾਂ ਨੂੰ ਸਮਝਣ ਦਾ ਯਤਨ ਕਰੀਏ, ਤੇ ਜਿਹੜੇ ਗੁਨਾਹ ਸਾਡੇ ਕੋਲ ਹੋ ਰਹੇ ਨੇ ਉਹਨਾਂ ਨੂੰ ਐਕਸੈਪਟ ਕਰਦਿਆਂ ਇਹ ਗੱਲ ਪ੍ਰਵਾਨ ਕਰੀਏ, ਮਾਲਕ ਜੀ ਇਹ ਗੁਨਾਹ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਤੇਰੇ ਹੁਕਮ ਰੂਪੀ ਰੋਡ ਤੋਂ ਆਊਟ ਜਾ ਰਿਹਾ, ਮੈਂ ਇਸ ਸੜਕ ਤੋਂ ਲਾਂਭੇ ਜਾ ਰਿਹਾ, ਤੇ ਜਿੱਦਣ ਅਸੀਂ ਉਸੇ ਸੜਕ ਤੇ ਆ ਗਏ ਫਿਰ ਸਾਡੇ ਨਾਲ ਕੋਈ ਇਹੋ ਜਿਹੀ ਦੁਰਘਟਨਾ ਨਹੀਂ ਵਾਪਰੇਗੀ, ਫਿਰ ਸਾਡੇ ਹੋ ਸਕਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।